ਸਤਿ ਸ੍ਰੀ ਅਕਾਲ। ਸਾਹਿਤਕ ਸੱਚ ਚੈਨਲ 'ਤੇ ਆਪ ਜੀ ਦਾ ਸਵਾਗਤ। ਮੈਂ ਹਾਂ ਹਰਮੀਤ ਕੌਰ। ਅੱਜ ਦੀ ਕਲਾਸ ਵਿੱਚ ਅਸੀਂ ਪ੍ਰੋਫੈਸਰ ਮੋਹਨ ਸਿੰਘ ਦੁਆਰਾ ਰਚਿਤ ਕਵਿਤਾ ਕੁੜੀ ਪੋਠੋਹਾਰ ਦੀ ਪ੍ਰਸੰਗ ਸਹਿਤ ਵਿਆਖਿਆ ਕਰਨ ਜਾ ਰਹੇ ਹਾਂ। ਪ੍ਰੋਫੈਸਰ ਮੋਹਨ ਸਿੰਘ ਪੰਜਾਬੀ ਅਦਬ ਤੋਂ ਭਾਵ ਹੈ ਪੰਜਾਬੀ ਸਾਹਿਤ ਦੇ ਇੱਕ ਅਜਿਹੇ ਹਰਮਨ ਪਿਆਰੇ ਸ਼ਾਇਰ ਹਨ ਜਿਨ੍ਹਾਂ ਨੇ ਭਾਈ ਵੀਰ ਸਿੰਘ ਵਾਂਗ ਛੋਟੀਆਂ ਕਵਿਤਾਵਾਂ ਦੇ ਵਿੱਚ ਵੱਡਾ ਕਵੀ ਹੋਣ ਦਾ ਮਾਣ ਹਾਸਿਲ ਕੀਤਾ ਹੈ। ਇੱਕ ਗੀਤਕਾਰ ਵਜੋਂ ਵੀ ਬੜੇ ਮਕਬੂਲ ਹੋਏ ਹਨ, ਭਾਵ ਪ੍ਰਸਿੱਧ ਹੋਏ ਹਨ। ਪ੍ਰੋਫੈਸਰ ਮੋਹਨ ਸਿੰਘ ਨੇ ਕੁੜੀ ਪੋਠੋਹਾਰ ਦੀ ਜੋ ਕਵਿਤਾ ਹੈ ਇਸ ਕਵਿਤਾ ਦੇ ਵਿੱਚ ਕਵੀ ਨੇ ਆਪਣੇ ਬਾਲ ਮਨ ਦੀ ਉਸ ਅਵਸਥਾ ਨੂੰ, ਆਪਣੇ ਬਾਲ ਉਮਰ ਦੀ ਉਸ ਇੱਕ ਘਟਨਾ ਨੂੰ ਸਾਂਝਿਆ ਕਰਨ ਦਾ ਯਤਨ ਕੀਤਾ ਹੈ। ਇਸ ਕਵਿਤਾ ਦੇ ਰੂਪ ਦੇ ਵਿੱਚ ਕਵੀ ਕਹਿ ਰਿਹਾ ਹੈ ਕਿ ਸਿਰ 'ਤੇ ਚੁੱਕੀ ਪੰਡ ਘਾਹ ਦੀ। ਬਚਪਨ ਦੇ ਵਿੱਚ ਕਵੀ ਕਹਿ ਰਿਹਾ ਹੈ ਕਿ ਉਹ ਪੋਠੋਹਾਰ ਦੇ ਇਲਾਕੇ ਦੇ ਵਿੱਚ ਸੂਹਾ ਨਾਂ ਦੀ ਇੱਕ ਨਦੀ ਜਾਂ ਦਰਿਆ ਕਹਿ ਸਕਦੇ ਹਾਂ, ਉਸ ਦੇ ਕੰਢੇ ਖੜਾ ਸੀ। ਉਸ ਦਰਿਆ ਨੂੰ ਪਾਰ ਕਰਨਾ ਸੀ, ਪਰ ਪਾਣੀ ਹੋਣ ਸਦਕਾ ਕਿਉਂਕਿ ਬੱਚਾ ਸੀ ਉਹ ਡਰ ਰਿਹਾ ਸੀ ਅਤੇ ਦਰਿਆ ਨੂੰ ਪਾਰ ਵੀ ਜ਼ਰੂਰ ਕਰਨਾ ਸੀ। ਅਤੇ ਉਸ ਵਕਤ ਉਹ ਬੜੀ ਮੁਸ਼ਕਿਲ ਦੇ ਵਿੱਚ ਸੀ ਕਿ ਕਿਸ ਤਰ੍ਹਾਂ ਇਸ ਦਰਿਆ ਤੋਂ ਪਾਰ ਜਾਇਆ ਜਾਵੇ। ਤਾਂ ਉਸ ਵਕਤ ਇੱਕ ਪੋਠੋਹਾਰੀ ਕੁੜੀ ਜੋ ਹੈ ਉਹ ਆਉਂਦੀ ਹੈ, ਜਿਸ ਨੇ ਸਿਰ ਦੇ ਉੱਤੇ ਘਾਹ ਦੀ ਪੰਡ ਚੁੱਕੀ ਹੋਈ ਹੈ ਅਤੇ ਉਸ ਦੀ ਇਸ ਸਮੱਸਿਆ ਦਾ ਹੱਲ ਕਰਦੀ ਹੈ। ਉਹ ਕਿਵੇਂ ਹੱਲ ਕਰ ਰਹੀ ਹੈ, ਉਸ ਘਟਨਾ ਨੂੰ ਕਵੀ ਜੋ ਹੈ ਸ਼ਬਦ ਚਿੱਤਰ ਦੇ ਰਾਹੀਂ ਸਾਡੇ ਸਾਹਮਣੇ ਪੇਸ਼ ਕਰ ਰਿਹਾ ਹੈ ਕਿ ਸਿਰ 'ਤੇ ਚੁੱਕੀ ਪੰਡ ਘਾਹ ਦੀ, ਪਹਿਲਾਂ ਪਾਂਦੀ ਝੋਲੇ ਖਾਂਦੀ ਆਈ ਕੁੜੀ ਪੋਠੋਹਾਰ ਦੀ। ਕਿ ਜਦੋਂ ਕਵੀ ਜੋ ਹੈ ਬੜੀ ਕਸ਼ਮਕਸ਼ ਦੇ ਵਿੱਚ ਹੈ, ਬੜੇ ਦਵੰਦ ਦੇ ਵਿੱਚ ਹੈ ਕਿ ਕਿਵੇਂ ਦਰਿਆ ਨੂੰ ਪਾਰ ਕੀਤਾ ਜਾਵੇ, ਉਸ ਵੇਲੇ ਅਚਾਨਕ ਜੋ ਹੈ ਇੱਕ ਕੁੜੀ ਜੋ ਹੈ ਜਿਸ ਨੇ ਸਿਰ ਦੇ ਉੱਤੇ ਘਾਹ ਦੀ ਪੰਡ ਚੁੱਕੀ ਹੋਈ ਹੈ, ਪਹਿਲਾਂ ਪਾਂਦੀ, ਉਸ ਦੀ ਚਾਲ ਜਿਹੜੀ ਹੈ ਦੂਰੋਂ ਇਸ ਤਰ੍ਹਾਂ ਲੱਗ ਰਿਹਾ ਹੈ, ਬੜੀ ਮਿੱਠੀ ਜਿਹੀ ਚਾਲ ਹੈ, ਮਨੋਹਰ ਚਾਲ ਹੈ, ਐਂ ਜਿਵੇਂ ਮੋਰ ਪਹਿਲਾਂ ਪਾਉਂਦੇ ਚੱਲ ਰਹੇ ਹੋਣ, ਇਸ ਤਰ੍ਹਾਂ ਦੀ ਮਿੱਠੀ ਜਿਹੀ ਚਾਲ ਦੇ ਨਾਲ ਚੱਲਦੀ ਹੋਈ ਉਹ ਝੋਲੇ ਖਾਂਦੀ, ਕਿਉਂਕਿ ਸਿਰ ਦੇ ਉੱਤੇ ਭਾਰ ਹੋਣ ਸਦਕਾ ਇਸ ਤਰ੍ਹਾਂ ਲੱਗ ਰਿਹਾ ਹੈ ਜਿਵੇਂ ਉਸਦੇ ਕਦਮ ਡਗਮਗਾ ਰਹੇ ਹੋਣ। ਝੋਲੇ ਖਾਂਦੀ ਆਈ ਕੁੜੀ ਪੋਠੋਹਾਰ ਦੀ, ਸਾਵੇ ਸਾਵੇ ਘਾਹ ਦੇ ਥੱਬੇ। ਕਵੀ ਉਸ ਵਕਤ ਦੇ ਵਿੱਚ ਚਲਿਆ ਜਾਂਦਾ ਹੈ, ਭਾਵ ਅਤੀਤ ਦੇ ਵਿੱਚ ਖੋ ਗਿਆ ਹੈ ਕਿ ਉਸ ਵਕਤ ਉਸਦੇ ਸਿਰ ਦੇ ਉੱਤੇ ਜੋ ਘਾਹ ਦੀ ਪੰਡ ਚੁੱਕੀ ਹੋਈ ਸੀ ਉਸ ਦੇ ਵਿੱਚ ਸਾਵੇ ਸਾਵੇ ਭਾਵ ਹਰੇ ਹਰੇ ਘਾਹ ਦੇ ਥੱਬੇ ਜੋ ਸਨ ਭਰੇ ਹੋਏ ਸਨ, ਵਿੱਚ ਵਿੱਚ ਝਾਕਣ ਨੀਲੇ ਪੀਲੇ ਫੁੱਲ ਪਟਾਕੀ ਅਤੇ ਸਰੋਂ ਦੇ। ਅਤੇ ਉਸ ਘਾਹ ਦੀ ਪੰਡ ਦੇ ਵਿੱਚ ਜੋ ਹੈ ਕੁਝ ਨੀਲੇ ਰੰਗ ਦੇ ਜੋ ਪਟਾਕੀ ਭਾਵ ਅਲਸੀ ਦੇ ਫੁੱਲ ਵਿੱਚੋਂ ਝਲਕ ਰਹੇ ਸਨ ਅਤੇ ਕੁਝ ਪੀਲੇ ਰੰਗ ਦੇ ਸਰੋਂ ਦੇ ਫੁੱਲ ਜਿਹੜੇ ਸਨ ਉਹ ਵਿੱਚੋਂ ਨਜ਼ਰ ਆ ਰਹੇ ਸਨ। ਹਰੀਆਂ ਹਰੀਆਂ ਲੰਮੀਆਂ ਲੰਮੀਆਂ ਘਾਹ ਦੀਆਂ ਤਣੀਆਂ, ਉਸ ਦੇ ਸਿਰ ਦੇ ਉੱਤੇ ਜੋ ਪੰਡ ਚੁੱਕੀ ਹੋਈ ਸੀ ਉਸ ਦੇ ਵਿੱਚ ਹਰੇ ਹਰੇ ਰੰਗ ਦੀਆਂ ਲੰਮੀਆਂ ਲੰਮੀਆਂ ਘਾਹ ਦੀਆਂ ਤਣੀਆਂ ਜੋ ਸਨ ਉਹ ਇਸ ਤਰ੍ਹਾਂ ਲਟਕ ਰਹੀਆਂ ਸਨ, ਘੂੰਘਟ ਵਾਂਗੂ ਐਸਾ ਜਾਲ ਉਹਨਾਂ ਨੇ ਬੁਣਿਆ ਝਲਕ ਨਾ ਪਈ ਨੁਹਾਰ ਦੀ। ਕਿ ਘਾਹ ਦੀਆਂ ਤਣੀਆਂ ਜੋ ਸਨ ਘੁੰਡ ਵਾਂਗਰਾਂ ਉਸ ਪੋਠੋਹਾਰਨ ਕੁੜੀ ਦੇ ਚਿਹਰੇ ਦੇ ਉੱਤੇ ਇਸ ਤਰ੍ਹਾਂ ਲਮਕੀਆਂ ਹੋਈਆਂ ਸਨ, ਅਜਿਹਾ ਜਾਲ ਜਿਹਾ ਬੁਣਿਆ ਹੋਇਆ ਸੀ ਕਿ ਉਸ ਦੀ ਨੁਹਾਰ ਭਾਵ ਉਸ ਦਾ ਮੁਹਾਂਦਰਾ, ਉਸ ਦੀ ਸ਼ਕਲ ਸੂਰਤ ਜੋ ਹੈ ਕਵੀ ਨੂੰ ਨਜ਼ਰ ਨਹੀਂ ਆਈ। ਕਵੀ ਅੱਜ ਵੀ ਯਾਦ ਕਰਦਾ ਹੈ ਕਿ ਉਸ ਦੇ ਚਿਹਰੇ ਦੇ ਉੱਤੇ ਇਸ ਤਰ੍ਹਾਂ ਘਾਹ ਦੀਆਂ ਤਣੀਆਂ ਲਮਕ ਰਹੀਆਂ ਸਨ ਕਿ ਉਹ ਉਸ ਦਾ ਚਿਹਰਾ ਨਹੀਂ ਸੀ ਵੇਖ ਸਕਿਆ, ਪਰ ਉਸ ਕੁੜੀ ਨੇ ਉਸ ਵੇਲੇ ਆ ਕੇ ਉਸ ਦੀ ਮਦਦ ਕੀਤੀ। ਹੁਣ ਇੱਥੇ ਇੱਕ ਧਿਆਨਯੋਗ ਗੱਲ ਜੋ ਹੈ, ਸਾਵੇ ਸਾਵੇ ਸ਼ਬਦ ਜੋ ਹੈ 2 ਵਾਰ ਦੁਹਰਾਇਆ ਗਿਆ ਹੈ, ਹਰੀਆਂ ਹਰੀਆਂ ਲੰਮੀਆਂ ਲੰਮੀਆਂ। ਇਹ ਸ਼ਬਦ ਜੋ ਹਨ ਸਾਵੇ ਸਾਵੇ, ਹਰੀਆਂ ਹਰੀਆਂ, ਲੰਮੀਆਂ ਲੰਮੀਆਂ, ਇੱਥੇ ਅਨੁਪ੍ਰਾਸ ਅਲੰਕਾਰ ਦੀ ਜੋ ਹੈ ਮੌਜੂਦਗੀ ਨਜ਼ਰ ਆ ਰਹੀ ਹੈ। ਥਿਗੜੀਆਂ ਵਾਲੀ ਸੁੱਥਣ ਕੁੰਜ ਕੇ ਫੜ ਕੇ ਮੇਰੀ ਬਾਂਹ, ਠਿੱਲ ਪਈ ਵਿੱਚ ਸੂਹਾਂ ਕੁੜੀ ਪੋਠੋਹਾਰ ਦੀ। ਕਵੀ ਕਹਿ ਰਿਹਾ ਹੈ ਕਿ ਜਦੋਂ ਕੁੜੀ ਨੇ ਇੱਕ ਬੱਚੇ ਨੂੰ ਸੂਹਾਂ ਦਰਿਆ ਦੇ ਕਿਨਾਰੇ ਖੜੇ ਵੇਖਿਆ ਤਾਂ ਉਹ ਸਮਝ ਗਈ ਕਿ ਇਸ ਬੱਚੇ ਨੇ ਜੋ ਹੈ ਦਰਿਆ ਪਾਰ ਕਰਨਾ ਹੈ। ਸੋ ਕਵੀ ਕਹਿ ਰਿਹਾ ਹੈ ਕਿ ਥਿਗੜੀਆਂ ਵਾਲੀ ਭਾਵ ਇਸ ਤੋਂ ਜ਼ਾਹਿਰ ਹੋ ਰਿਹਾ ਹੈ ਕਿ ਉਹ ਬੇਹੱਦ ਜੋ ਹੈ ਆਰਥਿਕ ਤੌਰ 'ਤੇ ਨਿਮਨ ਪਰਿਵਾਰ ਦੇ ਨਾਲ ਸੰਬੰਧ ਰੱਖਣ ਵਾਲੀ ਸੀ, ਕਿਉਂਕਿ ਉਸ ਦੀ ਸਲਵਾਰ ਨੂੰ ਜੋ ਸੀ ਤੇ ਸੁੱਥਣ ਨੂੰ ਭਾਵ ਥਿਗੜੀਆਂ ਟਾਕੀਆਂ ਲੱਗੀਆਂ ਹੋਈਆਂ ਸਨ, ਪੈਚ ਲੱਗੇ ਹੋਏ ਸਨ। ਉਸ ਸੁੱਥਣ ਨੂੰ ਉਸਨੇ ਕੁੰਝ ਲਿਆ ਭਾਵ ਥੋੜ੍ਹਾ ਜਿਹਾ ਟੰਗ ਲਿਆ, ਫੜ ਕੇ ਮੇਰੀ ਬਾਂਹ, ਅਤੇ ਫਿਰ ਜੋ ਹੈ ਮੇਰੀ ਬਾਂਹ ਫੜ ਕੇ ਉਸ ਬੱਚੇ ਬਾਲ ਰੂਪ ਦੇ ਵਿੱਚ ਕਵੀ ਦੀ ਬਾਂਹ ਫੜ ਕੇ ਠਿੱਲ ਪਈ ਭਾਵ
ਵਿੱਚ ਸੂਹਾਂ ਦਰਿਆ ਦੇ ਵਿੱਚ ਠਿੱਲ ਪਈ, ਭਾਵ ਅੱਗੇ ਵੱਧ ਗਈ ਉਹ ਕੁੜੀ। ਕੌਣ? ਜੋ ਪੋਠੋਹਾਰ ਦੀ ਕੁੜੀ ਸੀ। ਇਸ ਤਰ੍ਹਾਂ ਉਸਨੇ ਉਸ ਕਵੀ ਦੀ ਬਾਂਹ ਫੜ ਕੇ, ਬਾਲ ਰੂਪ ਦੇ ਵਿੱਚ ਕਵੀ ਜਦੋਂ ਉੱਥੇ ਖੜਾ ਸੀ, ਉਸ ਦੀ ਬਾਂਹ ਫੜ ਕੇ ਸੂਹਾਂ ਦਰਿਆ ਦੇ ਵਿੱਚ ਠਿੱਲ ਪੈਂਦੀ ਹੈ। ਗਿੱਟਿਆਂ ਤਾਣੀ ਗੋਡਿਆਂ ਤਾਣੀ, ਲੱਕ ਲੱਕ ਤਾਣੀ, ਚੜ੍ਹ ਗਿਆ ਪਾਣੀ। ਜਦੋਂ ਕੁੜੀ ਦਰਿਆ ਦੇ ਵਿੱਚ ਵੜਦੀ ਹੈ, ਪ੍ਰਵੇਸ਼ ਕਰਦੀ ਹੈ, ਅਤੇ ਪਾਣੀ ਉਸਦੇ ਗਿੱਟਿਆਂ ਗਿੱਟਿਆਂ ਤੱਕ ਸੀ। ਥੋੜ੍ਹਾ ਹੋਰ ਡੂੰਘਾਣ ਵਿੱਚ ਜਾਂਦੀ ਹੈ ਅਤੇ ਪਾਣੀ ਗੋਡਿਆਂ ਤੱਕ ਆ ਜਾਂਦਾ ਹੈ, ਅਤੇ ਬਿਲਕੁਲ ਜਦੋਂ ਡੂੰਘਾਣ ਦੇ ਵਿੱਚ ਚਲੀ ਜਾਂਦੀ ਹੈ, ਬਿਲਕੁਲ ਤਲੀ ਦੇ ਉੱਤੇ, ਅਤੇ ਉੱਥੇ ਪਾਣੀ ਉਸਦੇ ਲੱਕ ਲੱਕ ਤੱਕ ਆ ਜਾਂਦਾ ਹੈ। ਇੰਨਾ ਪਾਣੀ ਚੜ੍ਹ ਗਿਆ ਸੀ ਕਿ ਪਾਣੀ ਜੋ ਹੈ ਗਿੱਟਿਆਂ ਤੋਂ ਹੁੰਦਾ ਗੋਡਿਆਂ ਤੱਕ, ਅਤੇ ਗੋਡਿਆਂ ਤੋਂ ਲੱਕ ਲੱਕ ਤੱਕ ਪਹੁੰਚ ਗਿਆ ਸੀ। ਫਿਰ ਕਵੀ ਕਹਿ ਰਿਹਾ ਹੈ ਕਿ ਲੱਕ ਲੱਕ ਤਾਣੀ, ਗੋਡਿਆਂ ਤਾਣੀ, ਗਿੱਟਿਆਂ ਤਾਣੀ, ਲੈ ਗਿਆ ਪਾਣੀ। ਭਾਵ ਜਦੋਂ ਉਹ ਬਿਲਕੁਲ ਗਹਿਰਾਈ ਦੇ ਵਿੱਚ ਸੀ ਅਤੇ ਪਾਣੀ ਲੱਕ ਤੱਕ ਸੀ, ਫਿਰ ਜੋ ਹੈ ਲੱਕ ਤੋਂ ਹੁੰਦਾ ਹੋਇਆ ਪਾਣੀ, ਕਿਉਂਕਿ ਫਿਰ ਚੜ੍ਹਾਈ ਸ਼ੁਰੂ ਹੋ ਜਾਂਦੀ ਹੈ, ਗੋਡਿਆਂ ਤੱਕ ਆ ਜਾਂਦਾ ਹੈ, ਅਤੇ ਫਿਰ ਗਿੱਟਿਆਂ ਤਾਣੀ ਚੜ੍ਹਦਾ ਹੋਇਆ ਅੰਤ ਪਾਣੀ ਲੈ ਜਾਂਦਾ ਹੈ। ਅੰਬੀ ਲੁਕੀ ਕੋਇਲ ਵਾਂਗੂ, ਵੀਰਾ ਜੀਨਾ ਰਹੇ ਆਖ ਕੇ, ਛੱਡ ਗਏ ਮੇਰੀ ਬਾਂਹ। ਕੁੜੀ ਪੋਠੋਹਾਰ ਦੀ। ਕਵੀ ਕਹਿ ਰਿਹਾ ਕਿ ਇਸ ਤਰ੍ਹਾਂ ਜਦੋਂ ਉਹ ਦਰਿਆ ਦੇ ਵਿੱਚੋਂ ਬਾਹਰ ਨਿਕਲ ਆਉਂਦੀ ਹੈ, ਤਾਂ ਜਿਵੇਂ ਅੰਬਾਂ ਦੇ ਵਿੱਚ ਲੁਕੀ ਹੋਈ ਕੋਇਲ ਜਿਹੜੀ ਹੈ, ਮਧੁਰ ਆਵਾਜ਼ ਦੇ ਵਿੱਚ ਮਧੁਰ ਰਾਗ ਅਲਾਪਦੀ ਹੈ, ਉਹਦੀ ਆਵਾਜ਼ ਬੜੀ ਮਨ ਨੂੰ ਮੋਹ ਲੈਂਦੀ ਹੈ, ਪਰ ਉਹ ਕੋਇਲ ਨਜ਼ਰ ਨਹੀਂ ਆਉਂਦੀ। ਕਿਉਂ ਨਜ਼ਰ ਨਹੀਂ ਆਉਂਦੀ? ਕਿਉਂਕਿ ਅੰਬਾਂ ਦੇ ਪੱਤੇ ਜਿਹੜੇ ਨੇ ਉਹ ਬੜੇ ਚੌੜੇ ਹੁੰਦੇ ਨੇ, ਅਤੇ ਉਹਨਾਂ ਦੇ ਵਿੱਚ ਲੁਕੀ ਹੋਈ ਕੋਇਲ ਨਜ਼ਰ ਨਹੀਂ ਆਉਂਦੀ। ਸਿਰਫ ਉਸਦੀ ਮਧੁਰ ਆਵਾਜ਼ ਜੋ ਹੈ ਸੰਗੀਤਮਈ ਸਾਨੂੰ ਸੁਣਦੀ ਹੈ। ਠੀਕ ਉਸੇ ਤਰ੍ਹਾਂ ਕਵੀ ਕਹਿ ਰਿਹਾ ਹੈ ਕਿ ਉਸ ਕੁੜੀ ਦਾ ਚਿਹਰਾ ਤਾਂ ਉਹ ਭਾਵੇਂ ਨਹੀਂ ਦੇਖ ਸਕਿਆ, ਪਰ ਉਸਦੀ ਵੀਰਾ ਜੀਨਾ ਰਹੇ ਆਖ ਕੇ, ਕਿਉਂਕਿ ਉਸਨੇ ਜੋ ਆਸ਼ੀਰਵਾਦ ਦਿੱਤਾ, ਮੈਨੂੰ ਅਸੀਸ ਦਿੱਤੀ, ਵੀਰਾ ਜੀਨਾ ਰਹੇ, ਇਹ ਮਧੁਰ ਸ਼ਬਦ ਜਿਹੜੇ ਨੇ ਅੱਜ ਵੀ ਕਵੀ ਦੇ ਦਿਲ ਦਿਮਾਗ ਦੇ ਵਿੱਚ ਉਕਰੇ ਹੋਏ ਨੇ। ਕਹਿੰਦਾ ਕਿ ਵੀਰਾ ਜੀਨਾ ਰਹੇ ਆਖ ਕੇ, ਛੱਡ ਗਈ ਮੇਰੀ ਬਾਂਹ। ਫਿਰ ਉਸਨੇ ਮੇਰੀ ਬਾਂਹ ਛੱਡ ਦਿੱਤੀ, ਉਹ ਕੁੜੀ ਪੋਠੋਹਾਰ ਦੀ। ਰੇਤੇ ਉੱਤੇ ਪੰਛੀਆਂ ਵਾਂਗਰ ਪੈਰਾਂ ਦੀ ਜੰਜੀਰ ਟੁੱਕਦੀ, ਢੱਕੀ 'ਤੇ ਚੜ੍ਹ ਗਈ ਕੁੜੀ ਪੋਠੋਹਾਰ ਦੀ। ਇਹ ਸ਼ਬਦ ਜੋ ਮਧੁਰ ਸ਼ਬਦ ਉਚਾਰ ਕੇ ਆਪਣੇ ਮੂੰਹੋਂ, ਭਾਵ ਵੀਰਾ ਜੀਨਾ ਰਹੇ ਦਾ ਆਸ਼ੀਰਵਾਦ ਦੇ ਕੇ, ਅਸੀਸ ਦੇ ਕੇ, ਕਵੀ ਕਹਿੰਦਾ ਹੈ ਕਿ ਉਹ ਕੁੜੀ ਨੇ ਮੇਰੀ ਬਾਂਹ ਛੱਡ ਦਿੱਤੀ ਅਤੇ ਆਪਣੇ ਜੋ ਉਸ ਦਾ ਰਾਹ ਸੀ ਉਸ ਵੱਲ ਤੁਰ ਪਈ। ਰੇਤੇ ਉੱਤੇ ਪੰਛੀਆਂ ਵਾਂਗਰ, ਕਿਉਂਕਿ ਬਰੇਤਾ ਸੀ, ਦਰਿਆ ਦਾ ਕਿਨਾਰਾ ਸੀ, ਰੇਤ ਦੇ ਉੱਤੇ ਉਸਦੇ ਪੈਰਾਂ ਦੇ ਨਿਸ਼ਾਨ ਕਵੀ ਨੂੰ ਇਸ ਤਰ੍ਹਾਂ ਨਜ਼ਰ ਆ ਰਹੇ ਸਨ ਜਿਵੇਂ ਪੰਛੀਆਂ ਨੇ ਨਿੱਕੀ ਨਿੱਕੀ ਜੰਜੀਰ ਜੋ ਹੈ, ਪੰਛੀ ਜਦੋਂ ਰੇਤੇ ਦੇ ਉੱਤੇ ਚੱਲਦੇ ਹਨ ਤਾਂ ਉਹਨਾਂ ਦੇ ਪੈਰਾਂ ਦੀ ਇੱਕ ਜੰਜੀਰ ਜਿਹੀ ਬਣ ਜਾਂਦੀ ਹੈ। ਠੀਕ ਕਵੀ ਕਹਿ ਰਿਹਾ ਹੈ ਕਿ ਉਸੇ ਤਰ੍ਹਾਂ ਪੰਛੀਆਂ ਵਾਂਗ ਜੋ ਹੈ ਕੁੜੀ ਨੂੰ ਜੋ ਹੈ ਦੇ ਪੈਰਾਂ ਨੂੰ ਪੰਛੀਆਂ ਦੇ ਪੈਰਾਂ ਨਾਲ ਉਪਮਾ ਦਿੱਤੀ ਹੈ ਕਵੀ ਨੇ, ਕਿ ਉਹ ਪੈਰਾਂ ਦੀ ਇੱਕ ਜੰਜੀਰ ਜਿਹੀ ਟੁੱਕਦੀ ਢੱਕੀ 'ਤੇ ਚੜ੍ਹ ਗਈ, ਉਚਾਈ ਨੂੰ ਚੜ੍ਹ ਕੇ ਚਲੀ ਜਾਂਦੀ ਹੈ। ਕੌਣ? ਉਹ ਕੁੜੀ ਪੋਠੋਹਾਰ ਦੀ। ਲੰਮਾ ਪਤਲਾ ਬੁੱਤ ਉਸ ਦਾ ਬ੍ਰਿਸ਼ਾਂ ਦੇ ਵਿੱਚ ਬ੍ਰਿਸ਼ ਹੋ ਗਿਆ। ਫਿਰ ਕਵੀ ਕਹਿ ਰਿਹਾ ਕਿ ਜਦੋਂ ਉਹ ਢੱਕੀ 'ਤੇ ਚੜ੍ਹ ਕੇ ਦੂਰ ਚਲੀ ਜਾਂਦੀ ਹੈ, ਅਤੇ ਕੁੜੀ ਦਾ ਕਿਉਂਕਿ ਲੰਮਾ ਜਿਹਾ ਪਤਲਾ ਜਿਹਾ ਸਰੀਰ ਸੀ, ਅਤੇ ਉਸਦੇ ਸਿਰ ਦੇ ਉੱਤੇ ਘਾਹ ਦੀ ਪੰਡ ਚੁੱਕੀ ਹੋਣ ਸਦਕਾ ਦੂਰੋਂ ਇਸ ਤਰ੍ਹਾਂ ਨਜ਼ਰ ਆ ਰਿਹਾ ਸੀ ਜਿਵੇਂ ਉਹ ਰੁੱਖਾਂ ਦੇ ਵਿੱਚ ਇੱਕ ਰੁੱਖ ਹੀ ਹੁੰਦਾ ਹੈ। ਭਾਵ ਇੱਥੇ ਰੂਪਕ ਅਲੰਕਾਰ ਹੈ, ਕੁੜੀ ਨੂੰ ਰੁੱਖ ਦਾ ਹੀ ਰੂਪ ਮੰਨ ਲਿਆ ਗਿਆ ਹੈ। ਕਵੀ ਕਹਿ ਰਿਹਾ ਕਿ ਉਸਦਾ ਲੰਮਾ ਪਤਲਾ ਸਰੀਰ ਅਤੇ ਉੱਤੇ ਘਾਹ ਦੀ ਪੰਡ ਚੁੱਕੀ ਹੋਣ ਸਦਕਾ ਦੂਰੋਂ ਇਸ ਤਰ੍ਹਾਂ ਝਲਕ ਪੈਂਦੀ ਸੀ ਜਿਵੇਂ ਕਿਸੇ ਰੁੱਖ ਦੇ ਡਾਹਣੇ ਦੇ ਉੱਤੇ ਰੁੱਖ ਦਾ ਫੈਲਾਅ ਹੁੰਦਾ ਹੈ। ਠੀਕ ਇਸੇ ਤਰ੍ਹਾਂ ਉਹ ਰੁੱਖਾਂ ਦੇ ਵਿੱਚ ਇੱਕ ਰੁੱਖ ਦਾ ਹੀ ਰੂਪ ਧਾਰਨ ਕਰ ਗਈ ਸੀ। ਨਾ ਉਸ ਤੱਕਿਆ ਮੂੰਹ ਮੇਰੇ ਨੂੰ, ਨਾ ਮੈਂ ਤੱਕਿਆ ਮੂੰਹ ਉਸਦੇ ਨੂੰ। ਕਵੀ ਕਹਿ ਰਿਹਾ ਹੈ ਕਿ ਪਰ ਮੈਂ ਉਸਦਾ ਚਿਹਰਾ ਨਹੀਂ ਸੀ ਤੱਕ ਸਕਿਆ, ਅਤੇ ਕੁਦਰਤੀ ਗੱਲ ਹੈ ਕਿ ਉਹ ਵੀ ਮੇਰਾ ਚਿਹਰਾ ਨਹੀਂ ਵੇਖ ਸਕੀ ਹੋਵੇਗੀ, ਪਰ ਹਾਲੇ ਨਾ ਭੁੱਲੇ ਮੈਨੂੰ ਉਸਦੀ ਇੱਕ ਛੋਹ ਪਿਆਰ ਦੀ। ਪਰ ਕਵੀ ਕਹਿ ਰਿਹਾ ਕਿ ਅੱਜ ਵੀ ਅਤੀਤ ਤੋਂ ਵਰਤਮਾਨ ਦੇ ਵਿੱਚ ਕਵੀ ਆ ਜਾਂਦਾ ਹੈ ਕਿ ਅੱਜ ਵੀ ਮੈਨੂੰ ਉਸ ਕਵੀ ਦੇ ਉਸ ਕੁੜੀ ਦੇ ਉਹ ਮਿੱਠੇ ਬੋਲ ਜਿਹੜੇ ਹਨ, ਵੀਰਾ ਜੀਨਾ ਰਹੇ, ਅਤੇ ਉਸ ਦੇ ਹੱਥ ਦੁਆਰਾ ਮੇਰੇ ਹੱਥ ਨੂੰ ਫੜਨ ਵਾਲੀ ਜੋ ਪਿਆਰ ਭਰੀ ਛੋਹ ਸੀ, ਉਹ ਅਜੇ ਤੱਕ ਵੀ ਮੈਨੂੰ ਉਸੇ ਤਰ੍ਹਾਂ ਮਹਿਸੂਸ ਹੁੰਦੀ ਹੈ, ਯਾਦ ਆਉਂਦੀ ਹੈ, ਮੈਨੂੰ ਕਦੇ ਵੀ ਭੁੱਲੀ ਨਹੀਂ। ਹੁਣ ਵੀ ਜਦ ਫਿਕਰਾਂ ਦਾ ਪਾਣੀ, ਗਮਾਂ ਦੁੱਖਾਂ ਹੰਝੂਆਂ ਦਾ ਪਾਣੀ ਚੜ੍ਹਦਾ ਆਵੇ ਲੱਕ ਲੱਕ ਤਾਣੀ, ਗਲ ਗਲ ਤਾਣੀ, ਸਿਰ ਸਿਰ ਤਾਣੀ, ਝੱਗ ਵਗਾਉਂਦਾ ਪੈਰ ਉਖੜਾਉਂਦਾ, ਸਿਰ 'ਤੇ ਚੱਕੀ ਪੰਡ ਘਾਹ ਦੀ, ਪੈਲਾਂ ਪਾਉਂਦੀ ਝੋਲੇ ਖਾਂਦੀ। ਕਵੀ ਕਹਿ ਰਿਹਾ ਕਿ ਅੱਜ, ਕਿਉਂਕਿ ਕਵੀ ਹੁਣ ਜੋ ਹੈ ਵਰਤਮਾਨ ਦੇ ਵਿੱਚ
ਆ ਗਿਆ ਹੈ। ਕਵੀ ਕਹਿ ਰਿਹਾ ਹੈ ਕਿ ਅੱਜ ਦੀਆਂ ਜ਼ਿੰਮੇਵਾਰੀਆਂ ਦੇ ਵਿੱਚ, ਫਿਕਰਾਂ ਦੇ ਵਿੱਚ ਗਲਤਾਨ ਜਦੋਂ ਮੈਂ ਹੁੰਦਾ ਹਾਂ, ਹੁਣ ਵੀ ਜਦ ਫਿਕਰਾਂ ਦਾ ਪਾਣੀ, ਕਿਉਂਕਿ ਜ਼ਿੰਦਗੀ ਦਿਆਂ ਰੁਝੇਵਿਆਂ ਦੇ ਵਿੱਚ ਗਰਸਿਆ ਹੋਇਆ, ਫਸਿਆ ਹੋਇਆ ਮੈਂ ਜਦੋਂ ਫਿਕਰਾਂ ਦੇ ਵਿੱਚ ਗਵਾਚਿਆ ਹੁੰਦਾ ਹਾਂ, ਅਤੇ ਉਹਨਾਂ ਫਿਕਰਾਂ ਦੇ ਗਮਾਂ, ਦੁੱਖਾਂ, ਹੰਝੂਆਂ ਦਾ ਪਾਣੀ, ਕਿਉਂਕਿ ਜ਼ਿੰਦਗੀ ਦੇ ਵਿੱਚ ਅਨੇਕਾਂ ਪ੍ਰਕਾਰ ਦੇ ਦੁੱਖ ਵੀ ਹਨ, ਕੁਝ ਗਮ ਹਨ ਜਿਨ੍ਹਾਂ ਸਦਕਾ ਅੱਖਾਂ ਜਿਹੜੀਆਂ ਨੇ ਹੰਝੂਆਂ ਦੇ ਨਾਲ ਭਰ ਜਾਂਦੀਆਂ ਹਨ। ਜਦੋਂ ਇਹ ਫਿਕਰਾਂ ਦਾ, ਗਮਾਂ ਦਾ, ਦੁੱਖਾਂ ਦਾ ਪਾਣੀ ਜੋ ਹੈ, ਕਵੀ ਕਹਿ ਰਿਹਾ ਕਿ ਮੇਰੇ ਲੱਕ ਲੱਕ ਤੱਕ ਚੜ੍ਹ ਆਉਂਦਾ, ਭਾਵ ਮੈਂ ਇਹਨਾਂ ਪਰਿਸਥਿਤੀਆਂ ਦੇ ਵਿੱਚ ਇੰਨਾ ਖੁੱਭ ਜਾਂਦਾ ਹਾਂ ਕਿ ਆਪਣੇ ਆਪ ਨੂੰ ਬੜਾ ਨਿਆਸਰਾ ਜਿਹਾ, ਬੜਾ ਫਸਿਆ ਹੋਇਆ, ਬੜਾ ਮੁਸ਼ਕਿਲ ਦੇ ਵਿੱਚ ਮਹਿਸੂਸ ਕਰਦਾ ਹਾਂ। ਸਿਰ ਸਿਰ ਤਾਣੀ ਝੱਗ ਵਗਾਉਂਦਾ, ਪੈਰ ਉਖੜਾਉਂਦਾ, ਜਦੋਂ ਯਾਨੀ ਕਿ ਜ਼ਿੰਦਗੀ ਦੇ ਝਮੇਲਿਆਂ ਦੀਆਂ ਜੋ ਜ਼ਿੰਮੇਵਾਰੀਆਂ ਹਨ, ਉਹਨਾਂ ਦਾ ਪਾਣੀ, ਉਹਨਾਂ ਦੇ ਫਿਕਰਾਂ, ਗਮਾਂ, ਦੁੱਖਾਂ ਦੀਆਂ ਜੋ ਸਮੱਸਿਆਵਾਂ ਹਨ, ਜਦੋਂ ਮੇਰੇ ਸਿਰ ਦੇ ਉੱਤੇ ਠੀਕ ਉਸੇ ਤਰ੍ਹਾਂ ਚੜ੍ਹ ਜਾਂਦੀਆਂ ਹਨ ਜਿਵੇਂ ਦਰਿਆ ਦਾ ਪਾਣੀ ਜੋ ਹੈ ਗਿੱਟਿਆਂ ਤੋਂ ਗੋਡਿਆਂ ਤੱਕ ਅਤੇ ਗੋਡਿਆਂ ਤੋਂ ਲੱਕ ਤੱਕ ਚਲਾ ਜਾਂਦਾ ਹੈ, ਠੀਕ ਇਸੇ ਤਰ੍ਹਾਂ ਮੈਂ ਵੀ ਇਹਨਾਂ ਸਮੱਸਿਆਵਾਂ ਦੇ ਵਿੱਚ ਇੰਨਾ ਖੁੱਭ ਜਾਂਦਾ ਹਾਂ, ਗਵਾਚ ਜਾਂਦਾ ਹਾਂ, ਜਾਂ ਝੱਗ ਵਗਾਉਂਦਾ, ਪੈਰ ਉਖੜਾਉਂਦਾ, ਯਾਨੀ ਕਿ ਜ਼ਿੰਦਗੀ ਦੇ ਝਮੇਲੇ ਜਿਹੜੇ ਨੇ ਉਹ ਮੇਰੇ ਦਿਲੋਂ ਦਿਮਾਗ 'ਤੇ ਹਾਵੀ ਹੋ ਜਾਂਦੇ ਨੇ, ਮੇਰੇ ਪੈਰ ਉਖੜ ਜਾਂਦੇ ਨੇ, ਭਾਵ ਮੈਂ ਡੋਲ ਜਾਂਦਾ ਹਾਂ। ਅਤੇ ਉਸ ਵਕਤ ਵੀ ਕਵੀ ਕਹਿ ਰਿਹਾ ਕਿ ਸਿਰ 'ਤੇ ਚੁੱਕੀ ਪੰਡ ਘਾਹ ਦੀ, ਪੈਲਾਂ ਪਾਉਂਦੀ ਝੋਲੇ ਖਾਂਦੀ, ਮੈਨੂੰ ਉਹ ਕੁੜੀ ਉਸੇ ਤਰ੍ਹਾਂ ਯਾਦ ਆਉਂਦੀ ਹੈ ਜਿਸ ਨੇ ਸਿਰ ਦੇ ਉੱਤੇ ਘਾਹ ਦੀ ਪੰਡ ਚੁੱਕੀ ਹੋਈ ਹੈ, ਮੋਹਰਾਂ ਵਾਂਗ ਪੈਲਾਂ ਪਾਉਂਦੀ, ਝੋਲੇ ਖਾਂਦੀ ਹੋਈ ਉਹ ਨਿਰੰਤਰ ਮੇਰੇ ਵੱਲ ਵੱਧਦੀ ਆ ਰਹੀ ਹੈ। ਵੀਰਾ ਜੀਨਾ ਰਹੇ ਬੁਲਾਉਂਦੀ, ਆ ਕੇ ਫੜ ਲੈ ਮੇਰੀ ਬਾਂਹ। ਕਵੀ ਕਹਿ ਰਿਹਾ ਹੈ, ਕਾਸ਼, ਕਲਪਨਾ ਕਰ ਰਿਹਾ ਹੈ ਕਿ ਅੱਜ ਦੀਆਂ ਨਾ ਖੁਸ਼ਗਵਾਰ ਪਰਿਸਥਿਤੀਆਂ ਦੇ ਵਿੱਚ ਉਹ ਕੁੜੀ ਪੋਠੋਹਾਰ ਦੀ ਜੋ ਹੈ ਉਸੇ ਤਰ੍ਹਾਂ ਮੇਰੀ ਜ਼ਿੰਦਗੀ ਦੇ ਵਿੱਚ ਆ ਜਾਵੇ, ਜਿਸ ਤਰ੍ਹਾਂ ਮੈਨੂੰ ਉਸ ਵੇਲੇ ਮੈਨੂੰ ਸਮੱਸਿਆ ਤੋਂ ਮੁਕਤ ਕਰ ਦਿੱਤਾ ਸੀ, ਠੀਕ ਇਸੇ ਤਰ੍ਹਾਂ ਅੱਜ ਵੀ ਜੇਕਰ ਉਹ ਕੁੜੀ ਉਸੇ ਤਰ੍ਹਾਂ ਮੇਰੀ ਬਾਂਹ ਫੜ ਲਵੇ ਆ ਕੇ, ਅਤੇ ਮੈਨੂੰ ਜ਼ਿੰਦਗੀ ਦੀਆਂ ਸਮੱਸਿਆਵਾਂ ਤੋਂ ਮੁਕਤ ਕਰ ਦੇਵੇ, ਹਰ ਤਰ੍ਹਾਂ ਦੇ ਝਮੇਲਿਆਂ ਤੋਂ ਮੁਕਤ ਕਰ ਦੇਵੇ, ਗਮਾਂ ਲਹਿਰਾਂ ਵਿੱਚ ਘੇਰੀ ਬਾਂਹ, ਅਤੇ ਧੂੰਦੀ ਧੂੰਦੀ ਲਾ ਜਾਏ ਮੈਨੂੰ ਪਾਰ ਕੁੜੀ ਪੋਠੋਹਾਰ ਦੀ। ਅੱਜ ਕਵੀ ਕਾਮਨਾ ਕਰਦਾ ਹੈ, ਕਲਪਨਾ ਕਰਦਾ ਹੈ ਕਿ ਕਾਸ਼ ਉਹ ਪੋਠੋਹਾਰ ਦੀ ਕੁੜੀ ਜਿਹੜੀ ਹੈ ਅੱਜ ਮੌਜੂਦਾ ਪਰਿਸਥਿਤੀਆਂ ਦੇ ਵਿੱਚ ਮੈਨੂੰ ਗਮਾਂ ਦੀਆਂ ਲਹਿਰਾਂ ਦੇ ਵਿੱਚੋਂ ਠੀਕ ਉਸੇ ਤਰ੍ਹਾਂ ਮੇਰੀ ਬਾਂਹ ਫੜ ਕੇ ਧੂ ਕੇ ਬਾਹਰ ਲਾ ਦੇਵੇ, ਜਿਸ ਤਰ੍ਹਾਂ ਉਸਨੇ ਸੂਹਾਂ ਦਰਿਆ ਦੇ ਵਿੱਚੋਂ ਮੈਨੂੰ ਪਾਰ ਕਰਵਾ ਕੇ ਮੇਰੀ ਸਮੱਸਿਆ ਦਾ ਨਿਦਾਨ ਕਰ ਦਿੱਤਾ ਸੀ। ਕਵੀ ਜੋ ਹੈ ਪੋਠੋਹਾਰ ਦੀ ਉਸ ਕੁੜੀ ਨੂੰ ਅੱਜ ਵੀ ਬੇਹੱਦ ਯਾਦ ਕਰਦਾ ਹੈ ਔਰ ਚਾਹੁੰਦਾ ਹੈ ਕਿ ਜ਼ਿੰਦਗੀ ਦੀ ਹਰ ਸਮੱਸਿਆ ਜੋ ਹੈ ਉਸੇ ਤਰ੍ਹਾਂ ਹੀ ਖਤਮ ਹੋ ਜਾਵੇ, ਜਿਸ ਤਰ੍ਹਾਂ ਸੂਹਾਂ ਦਰਿਆ ਦੇ ਕਿਨਾਰੇ ਖੜ੍ਹੇ ਹੋਇਆਂ ਮੇਰੀ ਉਸ ਦਰਿਆ ਨੂੰ ਪਾਰ ਕਰਨ ਦੀ ਸਮੱਸਿਆ ਦਾ ਉਸ ਕੁੜੀ ਨੇ ਨਿਦਾਨ ਕਰ ਦਿੱਤਾ ਸੀ। ਇਸ ਤਰ੍ਹਾਂ ਕਵੀ ਨੇ ਜੋ ਹੈ ਕੁੜੀ ਪੋਠੋਹਾਰ ਦੀ ਕਲਪਨਾ, ਕੁੜੀ ਪੋਠੋਹਾਰ ਦੀ ਜੋ ਸੀ ਉਸ ਨੂੰ ਯਾਦ ਕਰਦਿਆਂ ਹੋਇਆਂ ਇੱਕ ਤਰ੍ਹਾਂ ਦੇ ਨਾਲ ਇੱਕ ਸ਼ਬਦ ਚਿੱਤਰ ਦੇ ਰੂਪ ਦੇ ਵਿੱਚ ਉਸ ਨੂੰ ਇੱਕ ਕਵਿਤਾ ਦੇ ਰੂਪ ਵਿੱਚ ਯਾਦ ਕੀਤਾ ਹੈ। ਬੇਹੱਦ ਸਰਲ ਅਤੇ ਸਪਸ਼ਟ ਤੌਰ 'ਤੇ ਆਪਣੇ ਭਾਵਾਂ ਨੂੰ ਵਿਅਕਤ ਕਰਦਿਆਂ ਹੋਇਆਂ ਕਵੀ ਨੇ ਇਸ ਕਵਿਤਾ ਦੇ ਵਿੱਚ ਆਪਣੇ ਭਾਵਾਂ ਨੂੰ ਬਹੁਤ ਹੀ ਸੁਚੱਜੇ ਅੰਦਾਜ਼ ਦੇ ਵਿੱਚ ਪੇਸ਼ ਕੀਤਾ ਹੈ। ਇਸ ਦੇ ਵਿੱਚ ਸੰਗੀਤਕ ਲੈਅ ਵੀ ਸਾਨੂੰ ਨਜ਼ਰ ਆ ਰਹੀ ਹੈ, ਅਤੇ ਕਾਸ਼ ਇਸੇ ਤਰ੍ਹਾਂ ਹਰ ਬਸ਼ਰ ਜੋ ਹੈ ਉਸ ਦੀ ਜ਼ਿੰਦਗੀ ਦੇ ਵਿੱਚ ਜੋ ਹੈ ਹਰ ਤਰ੍ਹਾਂ ਦੀਆਂ ਸਮੱਸਿਆਵਾਂ ਦਾ, ਦੁੱਖਾਂ ਦਾ, ਤਕਲੀਫਾਂ ਦਾ, ਫਿਕਰਾਂ ਦਾ ਨਾਸ਼ ਹੋ ਜਾਵੇ, ਖਤਮ ਹੋ ਜਾਣ। ਇਹ ਸਾਡੀ ਕਾਮਨਾ ਹੈ। ਧੰਨਵਾਦ।